हाँ जी साथियों, मैं हाँ तुहाडा अपना साथी रणजीत राणा। अज मैं तुहाडे सामने अपनी वार्ता की अगली किश्त एपीसोड 29 लैके हाज़र हो रहा। आपां पिछली वार अपनी गल इत्थे ख़त्म कीती सी कि चलान पेश होने तो पहलां वकीलों के नाल पुलिस के नाल जो मीटिंग हुई सी ਤਾਂ ਉਹਦੇ ਵਿੱਚ ਜੋ ਗੱਲਾਂ ਹੋਈਆਂ ਸੀ ਤੇ ਜੋ ਜਾਣ ਵੇਲੇ ਇਨਵੈਸਟੀਗੇਸ਼ਨ ਅਫਸਰ ਨੇ ਵਕੀਲਾਂ ਨੂੰ ਕਿਹਾ ਕਿ ਸਾਡਾ ਮੁਨਸ਼ੀ ਦਸ ਪੜ੍ਹਿਆ ਹੁੰਦਾ ਹੈ। ਮੈਂ ਗੱਲ ਇਸ ਤੋਂ ਅੱਗੇ ਤੁਰਨੀ ਚਾਹੁੰਦਾ। ਇੱਕ ਗੱਲ ਇਹ ਆਪਣੇ ਆਪ 'ਚ ਬਹੁਤ ਅਹਿਮ ਉਹ ਕਹਿ ਗਿਆ, ਸ਼ਾਇਦ ਉਹਦਾ ਮਕਸਦ ਇਹ ਨਾ ਹੋਵੇ ਕਿ ਪੁਲਿਸ ਕਿਸ ਕੁ ਲੈਵਲ ਦੀ ਐਜੂਕੇਟਡ ਅਤੇ ਉਸ ਤੋਂ ਗਾਹਾਂ ਐਫੀਸ਼ੈਂਟ ਹੁੰਦੀ ਹੈ ਜਦੋਂ ਉਹ ਵਕੀਲਾਂ ਨੂੰ ਕਹਿੰਦੇ ਆ ਕਿ ਤੁਸੀਂ ਵੀ ਬਹੁਤੀ ਇਜਰਾ ਨਾ ਕਰਿਆ ਕਰੋ। ਅਤੇ ਇਹ ਗੱਲ ਹੋਰ ਵੀ ਅਨੇਕਾਂ ਸੰਭਾਵਨਾਵਾਂ ਤੋਂ ਪਤਾ ਲੱਗਦਾ ਹੈ ਅਤੇ ਮੇਰੇ ਕੁਛ ਅਗਲੇ ਤਜਰਬੇ ਤੋਂ ਵੀ ਇਹ ਚੀਜ਼ਾਂ ਮੈਨੂੰ ਪਤਾ ਹੈ ਜਾਂ ਮੈਂ ਮਗਰੋਂ ਸਿੱਖਿਆ ਕਿ ਕੇਸ ਤਿਆਰ ਕਰਵਾਉਣ ਦੀ ਚਲਾਣ ਤੋਂ ਪਹਿਲਾਂ ਬਹੁਤ ਜ਼ਿਆਦਾ ਭੂਮਿਕਾ ਹੁੰਦੀ ਹੈ ਅਤੇ ਜਿੰਨਾ ਚਿਰ ਤੁਸੀਂ ਉਸ 'ਤੇ ਟਾਈਮ ਨਹੀਂ ਖਰਚ ਕਰਦੇ ਔਰ ਬਹੁਤ ਸਟਲ ਤਰੀਕਿਆਂ ਨਾਲ ਤੁਸੀਂ ਉਸ ਨੂੰ ਘੋਖਦੇ ਨਹੀਂ ਵਕੀਲਾਂ ਦੀ ਸਲਾਹ ਦੇ ਨਾਲ, ਨੁਕਤਾ ਨਜ਼ਰ ਦੇ ਨਾਲ ਅਤੇ ਕਾਨੂੰਨੀ ਨੁਕਤਾ ਨਜ਼ਰ ਦੇ ਨਾਲ, ਤਾਂ ਇਹਦੇ 'ਚ ਬਹੁਤ ਸਾਰੇ ਫਲਾਅ ਰਹਿ ਸਕਦੇ ਹੈ। ਅਤੇ ਜਿੱਥੋਂ ਤਾਈਂ ਪੁਲਿਸ ਦਾ ਸਵਾਲ ਹੈ ਅਤੇ ਪੁਲਿਸ 'ਤੇ ਤਾਂ ਐਫੀਸ਼ੈਂਸੀ ਤੋਂ ਬਿਨਾਂ ਹੋਰ ਵੀ ਬਹੁਤ ਜ਼ਿਆਦਾ ਸਵਾਲ ਚੁੱਕੇ ਜਾਂਦੇ ਆ ਅਤੇ ਉਹਦੇ ਵਿੱਚ ਵੀ ਕਿਸ ਲੈਵਲ 'ਤੇ ਕੀ ਚੀਜ਼ਾਂ ਮੈਨੂਪਲੇਟ ਹੁੰਦੀਆਂ, ਕਿਸ ਲੈਵਲ 'ਤੇ ਖਰੀਦੀਆਂ ਜਾਂਦੀਆਂ, ਕਿਸ ਲੈਵਲ 'ਤੇ ਪਲਾਂਟ ਕੀਤੀਆਂ ਜਾਂਦੀਆਂ, ਇਹੋ ਜਿਹਾ ਬਹੁਤ ਕੁਛ ਹੈ। ਅਤੇ ਲੇਕਿਨ ਵੀ ਮੁੱਢਲੀ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਤੁਹਾਡੇ ਜੋ ਫੈਸਲੇ ਹੋਣੇ ਆ ਉਹ ਜੋ ਜਿਸ ਕਿਸਮ ਦਾ ਤੁਸੀਂ ਕੇਸ ਤਿਆਰ ਕੀਤਾ ਉਸ 'ਤੇ ਆਧਾਰਿਤ ਹੀ ਹੋਣੇ ਆ। ਉਹਦੇ ਵਿੱਚ ਮੈਂ ਕੁਛ ਦਿਨ ਪਹਿਲਾਂ ਹੀ ਸੁਣ ਰਿਹਾ ਸੀਗਾ ਮਨਜੀਤ ਧਨੇਰ ਜੋ ਮਹਿਲ ਕਲਾਂ ਕਿਰਨਜੀਤ ਸ਼ਹਾਦਤ ਕੇਸ 'ਚ ਆਗੂ ਸਨ ਅਤੇ ਉਹਨਾਂ ਨੂੰ ਸਜ਼ਾ ਹੋਈ ਲੋਅਰ ਕੋਰਟ ਤੋਂ ਲੈ ਕੇ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਤੱਕ। ਅਤੇ ਉਹਨਾਂ ਨੇ ਇਸ ਗੱਲ 'ਤੇ ਇਸ ਚੰਗੀ ਤਰ੍ਹਾਂ ਬਿਆਨ ਕੀਤਾ ਇਸ ਚੀਜ਼ ਨੂੰ ਕਿ ਕਿਸ ਤਰ੍ਹਾਂ ਵਕੀਲਾਂ ਨਾਲ ਅਤੇ ਫੂਲ ਪ੍ਰੂਫ ਤਿਆਰ ਕੀਤਾ ਗਿਆ। ਹਾਲਾਂਕਿ ਉਹ ਬਿਲਕੁਲ ਨਜਾਇਜ਼ ਸੀਗੇ, ਸਿਰਫ ਇਹ ਕਚਹਿਰੀ 'ਚ ਉਹ ਹਾਜ਼ਰ ਸੀਗੇ ਅਤੇ ਇਸ ਢੰਗ ਨਾਲ ਕੇਸ ਤਿਆਰ ਕੀਤਾ ਗਿਆ ਕਿ ਉਸ ਨੂੰ ਲੋਅਰ ਕੋਰਟ, ਹਾਈ ਕੋਰਟ ਅਤੇ ਸੁਪਰੀਮ ਕੋਰਟ ਵੀ ਉਸ ਨੂੰ ਖਾਰਿਜ ਨਹੀਂ ਕਰ ਸਕੀ। ਸੋ ਇਹ ਅਹਿਮੀਅਤ ਉਸ ਦੀ ਜੋ ਮੈਂ ਮਹਿਸੂਸ ਕਰਦਾ। ਉਸ ਤੋਂ ਬਿਨਾਂ ਵੀ ਤੁਸੀਂ ਇੱਕ ਦੋ ਕੇਸ ਮੈਂ ਯਾਦ ਹੈ ਕਿ ਇੱਕ ਜੱਸੀ ਕਤਲ ਕੇਸ ਜੋ ਕੈਨੇਡਾ ਦੀ ਲੜਕੀ ਇੰਡੀਆ ਦੇ ਵਿੱਚ ਉਸਨੇ ਵਿਆਹ ਕਰਵਾਇਆ ਸੀ ਅਤੇ ਮਗਰੋਂ ਫਿਰ ਉਸ ਨੂੰ ਪਲਾਂਟ ਕਰਕੇ ਉਸ ਦਾ ਕਤਲ ਹੋਇਆ ਅਤੇ ਉਸ ਦਾ ਜੋ ਪਤੀ ਸੀ ਉਹ ਬਚ ਗਿਆ। ਉਸ ਦੇ ਵਿੱਚ ਹੀ ਮੈਂ ਕੁਛ ਇਨਵੈਸਟੀਗੇਸ਼ਨ ਦੇ ਬਾਰੇ ਜਾਣਿਆ ਸੀ ਕਿ ਉਹ ਕੇਸ ਇਨਵੈਸਟੀਗੇਸ਼ਨ ਨੇ ਬਹੁਤ ਸੋਹਣੀ ਤਰ੍ਹਾਂ ਤਿਆਰ ਕੀਤਾ ਗਿਆ ਸੀ ਅਤੇ ਜਿਸ ਕਰਕੇ ਉਹਦੀ ਕਨਵਿਕਸ਼ਨ ਹੋਈ ਅਤੇ ਸਾਰੇ ਪੁਲਿਸ ਵਾਲੇ ਉਹਦੇ 'ਚ ਕਨਵਿਕਟ ਹੋਏ। ਇਸੇ ਤਰ੍ਹਾਂ ਇੱਕ ਤੁਸੀਂ ਫਰੀਦਕੋਟ ਦਾ ਕੇਸ ਲੈ ਲਓ ਜਿਹੜਾ ਇੱਕ ਨਿਸ਼ਾਨ ਸਿੰਘ ਇੱਕ ਲੜਕੀ ਨੂੰ ਮਾਈਨਰ ਲੜਕੀ ਨੂੰ ਅਬਡਕਟ ਕਰਕੇ ਲੈ ਕੇ ਗਿਆ ਸੀਗਾ। ਉਹਦੇ ਵਿੱਚ ਵੀ ਇੱਕ ਬਹੁਤ ਸਮਝਿਆ ਗਿਆ ਜਿੱਥੋਂ ਤਾਈਂ ਮੈਨੂੰ ਪਤਾ ਲੱਗਾ ਇੱਕ ਬਹੁਤ ਫੂਲ ਪ੍ਰੂਫ ਕੇਸ ਤਿਆਰ ਕੀਤਾ ਸੀ ਅਤੇ ਉਸ ਤੋਂ ਜਿਸ ਕਰਕੇ ਵੀ ਉਹਨਾਂ ਨੂੰ ਸਜ਼ਾ ਹੋਈ। ਸੋ ਕੇਸ ਤਿਆਰ ਕਰਨਾ ਇੱਕ ਮੁੱਢਲੀ ਕਿਰਿਆ ਜਿਸ ਦੇ ਵਿੱਚ ਤੁਹਾਡਾ ਕੇਸ ਦਾ ਅੱਗੇ ਫੈਸਲਾ ਹੁੰਦਾ। ਉਸ ਤੋਂ ਅੱਗੇ ਤੁਹਾਡੀਆਂ ਗਵਾਹੀਆਂ ਆ ਜਾਂਦੀਆਂ ਅਤੇ ਜੇ ਤੁਸੀਂ ਗਵਾਹੀਆਂ ਬਹੁਤ ਸਟਰੋਂਗ ਤਰੀਕੇ ਨਾਲ ਹੁੰਦੀਆਂ ਅਤੇ ਉਸੇ ਢੰਗ ਨਾਲ ਹੁੰਦੀਆਂ ਅਤੇ ਜਿਸ ਵਿੱਚ ਕੇਸ ਤਿਆਰ ਕੀਤਾ ਗਿਆ ਅਤੇ ਜ਼ਿਲ੍ਹਾ ਦੇ ਵਿੱਚ ਵੀ ਜਿਹੜੇ ਗਵਾਹ ਉਹ ਸਟੈਂਡ ਕਰ ਜਾਂਦੇ ਆ ਤਾਂ ਕੇਸ ਦੀ ਜਿਹੜੀ ਸੰਭਾਵਨਾ ਉਹ ਕਨਵਿਕਸ਼ਨ ਦੀ ਬਹੁਤ ਜ਼ਿਆਦਾ ਹੁੰਦੀ ਆ। ਸੋ ਇਹ ਗੱਲਾਂ ਕਹਿਣ ਤੋਂ ਬਾਅਦ ਹੁਣ ਮੈਂ ਆਪਣੇ ਕੇਸ ਵੱਲ ਵਾਪਸ ਆਉਣਾ ਕਿ ਚਲਾਨ ਪੇਸ਼ ਹੋਣ ਤੱਕ ਇਹ ਤਕਰੀਬਨ
ਦਸੰਬਰ ਜਾਂ ਜਨਵਰੀ ਦਾ ਪੀਰੀਅਡ ਆ ਗਿਆ ਸੀ ਜਦੋਂ ਉਹਨਾਂ ਨੇ ਕੇਸ ਫਾਈਲ ਕੀਤਾ, ਚਲਾਨ ਇਸ ਦਾ ਟੂ ਕੋਰਟ ਕੀਤਾ। ਅਤੇ ਉਸ ਤੋਂ ਬਾਅਦ ਵਿੱਚ ਕੇਸ ਸ਼ੁਰੂ ਹੋਣ ਤੱਕ ਮੇਰਾ ਖਿਆਲ ਹੋਰ 1-2 ਮਹੀਨੇ ਲੱਗ ਗਏ ਸੀ, ਅਤੇ ਇਹ ਜਨਵਰੀ ਫਰਵਰੀ ਦੇ ਆਸ-ਪਾਸ ਜਦੋਂ ਕੇਸ ਟਰਾਇਲ 'ਤੇ ਗਿਆ, ਟਰਾਇਲ ਹੋਣਾ ਸ਼ੁਰੂ ਹੋਇਆ ਉਦੋਂ ਤੋਂ। ਅਤੇ ਮੁੱਢਲੇ ਕੇਸ ਦੇ ਵਿੱਚ ਤਾਂ ਜਿਹੜੀਆਂ ਹੈਗੀਆਂ ਪੁਲਿਸ ਦੀਆਂ ਗਵਾਹੀਆਂ ਹੀ ਹੁੰਦੀਆਂ। ਅਤੇ ਲੇਕਿਨ ਉਸ ਤੋਂ ਪਹਿਲਾਂ ਇੱਕ ਚੀਜ਼ ਮੈਂ ਹੋਰ ਕਨੈਕਟ ਕਰਨੀ ਚਾਹੁੰਦਾ ਕਿ ਐਪੀਸੋਡ 27 ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਜੋ ਸਟੂਡੈਂਟ ਮੂਵਮੈਂਟ ਹੈ ਉਹਦੇ ਵਿੱਚ ਕਿਸ ਤਰ੍ਹਾਂ ਦੀ ਨਿਰਾਸ਼ਾ ਪੈਦਾ ਹੋ ਗਈ ਸੀ। ਅਤੇ ਇਹ ਨਿਰਾਸ਼ਾ ਮੈਂ ਸਮਝਦਾ ਵੀ ਇਕੱਲੀ PAU ਦੇ ਵਿੱਚ ਨਹੀਂ ਸੀ, ਸਟੇਟ ਵਾਈਡ ਨਿਰਾਸ਼ਾ ਸੀਗੀ ਕਿ ਜਿਸ ਲੈਵਲ 'ਤੇ ਜਾ ਕੇ ਇੱਕ ਮਾਸ ਐਕਸ਼ਨ ਕੀਤਾ ਸੀ ਅਤੇ ਜਿਸ ਨੂੰ ਇੱਕ ਫੈਸਲਾ ਕੁਨ ਸਮਝਿਆ ਗਿਆ ਸੀ, ਐਕਸ਼ਨ ਵੀ ਫੈਸਲਾ ਕੁਨ ਐਕਸ਼ਨ ਕੀਤਾ ਗੁੰਡਿਆਂ ਦੇ ਖਿਲਾਫ। ਅਤੇ ਉਸ ਤੋਂ ਮਗਰੋਂ ਗੱਲ ਜਿਸ ਤਰ੍ਹਾਂ ਅੱਗੇ ਤੁਰੀ ਅਤੇ ਜਿਸ ਤਰ੍ਹਾਂ ਪ੍ਰਿਥੀਪਾਲ ਦੀ ਰੰਧਾਵੇ ਦੀ ਸ਼ਹਾਦਤ ਹੋਈ, ਉਸ ਤੋਂ ਮਗਰੋਂ ਇਹ ਗੱਲ ਆਪਣੇ ਮੋਮੈਂਟਮ ਦੇ ਤੌਰ 'ਤੇ ਇੱਥੇ ਨਹੀਂ ਖੜ੍ਹਦੀ। ਅਤੇ ਸਾਰੇ ਸਟੂਡੈਂਟਸ ਨੂੰ, ਜੋ ਵੀ PSU ਦੇ ਕਾਰਕੁਨ ਸੀ ਅਤੇ ਜੋ ਵੀ ਸਟੇਟ ਵਿਆਪੀ ਇਹ ਖਦਸ਼ਾ ਸੀ, ਪੁਲਿਸ ਨੂੰ ਵੀ ਬਹੁਤ ਵੱਡਾ ਖਦਸ਼ਾ ਸੀ, ਕਿਉਂਕਿ ਜਦੋਂ ਉਹਨਾਂ ਨੇ ਅਰੈਸਟ ਕੀਤੇ ਆ ਅਤੇ ਉਹਨਾਂ ਨੇ ਜਿਹੜੇ ਮੁਲਜ਼ਮਾਂ ਦੇ ਥਾਣੇ ਬੰਦ ਕਰਕੇ ਰੱਖੇ ਆ ਵੀ ਇੱਥੇ ਕੋਈ ਅਟੈਕ ਨਾ ਹੋਵੇ। ਸੋ ਇਸ ਤਰ੍ਹਾਂ ਬਹੁਤ ਆਸ ਸੀ। ਆਸ ਦੇ ਨਾਲ ਜਦੋਂ ਇਹ ਹੌਲੀ ਹੌਲੀ ਨਿਰਾਸ਼ਾ 'ਚ ਬਦਲੀ, ਕੋਈ ਐਕਸ਼ਨ ਦੀ ਪਲਾਨ, ਕੋਈ ਉਸ ਦੀ ਅੱਗੇ ਵਿਰੋਧਤਾ ਦੇ ਵਿੱਚ ਕਿਸ ਹੱਦ ਤੱਕ ਜਾਣਾ, ਅਤੇ ਇੱਕ ਕੋਈ ਪ੍ਰੋਪਰ ਸੇਧ ਨਹੀਂ ਮਿਲੀ ਉੱਥੇ ਜਦੋਂ ਮੈਂ ਸਮਝਦਾ ਸਟੂਡੈਂਟਸ ਨੂੰ, ਅਤੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਨਿਰਾਸ਼ਾ ਆ ਗਈ ਸੀ। ਅਤੇ ਇਹ ਨਿਰਾਸ਼ਾ ਜਿਹੜੀ ਆ ਸਟੇਟ ਵਾਈਡ ਸੀ। ਸ਼ਾਇਦ ਇਹ ਮੈਂ ਗੱਲ ਕਹਿੰਦਾ ਰਿਪੀਟ ਕਰ ਗਿਆ, ਉਸ ਵਾਸਤੇ ਮੈਂ ਖਿਮਾ ਮੰਗਦਾ। ਪਰ ਯੂਨੀਵਰਸਿਟੀ ਦੇ ਵਿੱਚ ਜੋ ਮੈਂ ਦੇਖਿਆ ਵੀ ਇੱਕ ਦੁਖਦਾਈ ਜੀ ਚੁੱਪ ਸਟੂਡੈਂਟਸ ਦੇ ਵਿੱਚ ਆ ਗਈ ਸੀ, ਅਤੇ ਖਾਸ ਕਰਕੇ PSU ਦੇ ਕਾਰਕੁਨਾਂ ਦੇ ਵਿੱਚ। ਅਤੇ ਉਸ ਚੁੱਪ ਨੂੰ ਆਪਣੇ ਆਪ ਹੀ ਉਹ ਚੁੱਪ ਜਿਹੜੀ ਆ ਬਹੁਤ ਕੁਛ ਕਹਿ ਰਹੀ ਸੀ, ਅਤੇ ਉਸ ਚੁੱਪ ਨੂੰ ਪੜ੍ਹਨ ਵਾਲਾ ਕੋਈ ਨਹੀਂ ਸੀ। ਅਤੇ ਅਲਟੀਮੇਟਲੀ ਇਹ ਗੱਲ ਨਿਰਾਸ਼ਾ ਵੱਲ ਹੋਈ, ਨਿਰਾਸ਼ਾ ਵੱਲ ਗਈ, ਅਤੇ ਕੋਈ ਔਰਗਨਾਈਜ਼ਡ ਸਟਰਕਚਰ ਵੀ ਟੁੱਟ ਗਿਆ ਸੀਗਾ। ਅਤੇ ਜਦੋਂ ਅਦਾਲਤ ਦੇ ਵਿੱਚ ਕੇਸ ਸ਼ੁਰੂ ਹੋਇਆ ਤਾਂ ਉਦੋਂ ਤਕਰੀਬਨ ਇਹ ਨਿਰਾਸ਼ਾ ਆਪਣੀ ਚਰਮ ਸੀਮਾ 'ਤੇ ਪਹੁੰਚ ਚੁੱਕੀ ਸੀ, ਅਤੇ ਜਿਸ ਵਿੱਚੋਂ ਸਟੂਡੈਂਟਸ ਦੀ ਕਚਹਿਰੀਆਂ ਦੇ ਵਿੱਚ ਜਾਣ ਦੀ ਜਿਹੜੀ ਸੀ, ਕਹਿ ਲਓ ਵੀ ਕਿਰਿਆ ਜਾਂ ਸ਼ਮੂਲੀਅਤ ਕਚਹਿਰੀ ਦੇ ਵਿੱਚ ਪੇਸ਼ੀ ਸਮੇਂ, ਕੇਸ ਦੀ ਸੁਣਵਾਈ ਸਮੇਂ ਸ਼ਮੂਲੀਅਤ ਵਿਦਿਆਰਥੀਆਂ ਦੀ ਬਹੁਤ ਜ਼ਿਆਦਾ ਘੱਟ ਸੀ। ਕੋਈ ਆਪਣੀ ਤੌਰ 'ਤੇ 2, 4, 10, 15 ਜਿਹੜੇ ਉੱਥੇ ਚਲੇ ਜਾਂਦੇ ਸੀ, ਅਤੇ ਮੇਰੇ ਖਿਆਲ ਨਹੀਂ ਵੀ ਕਿਤੇ ਔਰਗਨਾਈਜ਼ਡ ਢੰਗ ਨਾਲ ਉੱਥੇ ਗਿਣਤੀ ਉੱਥੇ ਗਏ ਆ। ਜੇ ਸ਼ਾਇਦ ਮੈਂ ਉੱਕ ਗਿਆ ਹੋਵਾਂ, 1-2 ਵਾਰੀ ਗਏ ਹੋਣ ਤਾਂ ਮੈਂ ਕਹਿ ਨਹੀਂ ਸਕਦਾ, ਲੇਕਿਨ ਇਹ ਮੇਰੀ ਯਾਦ ਦੇ ਵਿੱਚ ਨਹੀਂ ਹੈ ਕਿ ਇਸ ਨੂੰ ਇੱਕ ਯੋਜਨਾਬੱਧ ਤਰੀਕੇ ਨਾਲ ਅਤੇ ਔਰਗਨਾਈਜ਼ਡ ਤਰੀਕੇ ਨਾਲ ਆਪਣੀ ਉੱਥੇ ਪ੍ਰੈਜ਼ੈਂਸ ਅਤੇ ਜਿਹੜੀ ਤੁਸੀਂ ਰੋਹਬ ਦਾਬ ਕਹਿ ਲਓ ਵੀ ਉਹ ਉੱਥੇ ਪੈਦਾ ਕੀਤਾ ਗਿਆ, ਇੱਕ ਪ੍ਰੈਸ਼ਰ ਬਿਲਡ ਕਰਨ ਦੇ ਲਈ ਜੋ ਟੈਕਟਿਕਸ ਹੁੰਦੇ ਆ। ਲੇਕਿਨ ਉਸ ਦੇ ਕਾਊਂਟਰ ਵਿੱਚ ਇਸ ਗੁੰਡਾ ਗਰੋਹ ਦਾ ਬੇਸ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵਿੱਚ ਕਾਫੀ ਜ਼ਿਆਦਾ ਸੀ, ਜਿੱਥੇ ਤਕਰੀਬਨ 50 ਤੋਂ ਲੈ ਕੇ 100 ਦੇ ਵਿੱਚ ਕਿਤੇ ਕਿਤੇ ਵੀ ਤੁਸੀਂ ਗਿਣਤੀ ਲਾ ਸਕਦੇ ਹੋ, 70, 75, 80 ਹੋਣ, 60 ਹੋਣ, ਕੁਛ ਇਸ ਲਿਹਾਜ਼ ਨਾਲ ਵੀ ਉੱਥੇ ਉਹ ਆਉਂਦੇ ਸੀਗੇ, ਉਸ ਗੁੰਡਾ ਗਰੋਹ ਦੇ ਆਦਮੀ। ਅਤੇ ਕਚਹਿਰੀ ਵੀ ਤਕਰੀਬਨ ਭਰੀ ਹੁੰਦੀ ਸੀ, ਬਾਹਰ ਵੀ ਬੈਠੇ ਹੁੰਦੇ ਸੀ। ਅਤੇ ਆਪਣੀ ਤੌਰ 'ਤੇ ਮੈਂ ਤਕਰੀਬਨ 4-5 ਵਾਰੀ ਅਪਰੋਕਸੀਮੇਟਲੀ ਉੱਥੇ ਕਚਹਿਰੀ ਦੇ ਵਿੱਚ ਗਿਆ ਹੋਊਗਾ,
ਤੇ ਮੈਂ ਜੋ ਕੁਛ ਇਹ ਦੇਖਣ ਨੂੰ ਮਿਲਿਆ ਮੈਨੂੰ, ਉਹ ਇਸ ਤਰ੍ਹਾਂ ਦਾ ਸਿਨਾਰੀਓ ਸੀ। ਸਟੂਡੈਂਟਸ ਦੀ ਗਿਣਤੀ ਜਿਹੜੀ ਬਹੁਤ ਘੱਟ ਸੀਗੀ ਅਤੇ ਆਪਣੀ ਤੌਰ 'ਤੇ ਕੁਛ 5-7-10 ਜਾਂਦੇ ਸੀ। ਅਤੇ ਇੱਕ ਵਾਰੀ ਦੀ ਗੱਲ ਹੈ ਕਿ ਮੈਂ ਜਦੋਂ ਉੱਥੇ ਗਿਆ ਤਾਂ ਮੈਂ ਦੇਖਿਆ ਵੀ ਇੱਕ ਪਾਸਿਓਂ ਜਿਹੜੇ ਪ੍ਰਤੀਪਾਲ ਰੰਧਾਵਾ ਦਾ ਪਰਿਵਾਰ ਸੀ, ਜਿਸ ਦੇ ਵਿੱਚ ਉਸ ਦੀ ਸੱਸ ਵੀ ਸੀ ਅਤੇ ਹੋਰ ਵੀ ਕੁਝ ਕਾਰਕੁਨ ਸੀਗੇ ਜਿਹੜੇ ਉੱਧਰੋਂ ਨਾਅਰਾ ਮਾਰਦੇ ਆ ਰਹੇ ਸੀਗੇ, ਲੇਕਿਨ ਕਾਰਕੁਨਾਂ ਦੀ ਗਿਣਤੀ ਬਹੁਤ ਘੱਟ ਸੀ ਅਤੇ ਤਕਰੀਬਨ 50-60 ਗਿਣਤੀ ਜਾਂ ਹੋ ਸਕਦਾ 80-90 ਤੱਕ ਵੀ ਹੋਵੇ। ਮੋਲਡਰ ਐਂਡ ਸਟੀਲ ਵਰਕਰਸ ਯੂਨੀਅਨ ਦਾ ਉੱਧਰੋਂ ਇਕੱਠ ਨਾਅਰੇ ਮਾਰਦਾ ਆ ਰਿਹਾ ਸੀਗਾ ਅਤੇ ਉਹ ਉਹਨਾਂ ਦੀ ਜੋ ਹੈਗੀ ਹੈ ਸ਼ਮੂਲੀਅਤ ਉੱਥੇ, ਉਹਨਾਂ ਦੀ ਹਾਜ਼ਰੀ ਚੰਗੀ ਲੱਗੀ, ਲੇਕਿਨ ਵਿਦਿਆਰਥੀਆਂ ਦੀ ਗੈਰ ਹਾਜ਼ਰੀ ਦੇ ਵਿੱਚ ਉਸ ਦਾ ਕੀ ਮਤਲਬ ਬਣਦਾ ਹੈ, ਇਹ ਇੱਕ ਕੁਐਸਚਨ ਮਾਰਕ ਹੈ ਵੀ ਤੁਹਾਡਾ ਵਿਦਿਆਰਥੀਆਂ ਦਾ ਜੋ ਹੀਰੋ ਸੀ, ਜੋ ਜਰਨੈਲ ਸੀ, ਉਸ ਦੀ ਸ਼ਹਾਦਤ 'ਤੇ ਵਿਦਿਆਰਥੀ ਉੱਤੇ ਹਾਜ਼ਰ ਨਹੀਂ ਹੈ। ਅਤੇ ਉਸ ਤੋਂ ਜਿਹੜੀਆਂ ਹੋਰ ਸਪੋਰਟਿੰਗ ਜਥੇਬੰਦੀਆਂ ਹੈਗੀਆਂ, ਜਿਵੇਂ ਮੋਲਡਰ ਐਂਡ ਸਟੀਲ ਵਰਕਰਸ ਕਹਿ ਲਓ, ਅਤੇ ਉਹਨਾਂ 'ਚ ਬਹੁਤ ਜ਼ਿਆਦਾ ਗਿਣਤੀ ਜਿਹੜੀ ਹੈ ਮੇਰੇ ਖਿਆਲ ਸਾਰੇ ਹੀ ਭਈਏ ਸੀਗੇ ਅਤੇ ਵੀ ਉਹ ਉੱਥੇ ਆਏ ਸੀਗੇ। ਅਤੇ ਇਹ ਇੱਕ ਸਦਭਾਵਨਾ ਦਾ ਸੋਹਣਾ ਨਮੂਨਾ, ਜਿਸ ਨੂੰ ਦੂਸਰੇ ਸ਼ਬਦਾਂ 'ਚ ਇਹ ਵੀ ਕਹਿ ਲਈਏ ਕਿ ਜੋ ਪਿੱਛੇ ਇਸ ਦੀ ਜਥੇਬੰਦੀ ਸੀ, ਜੋ PSU ਨੂੰ ਗਾਈਡ ਕਰਦੀ ਸੀ, ਵੀ ਉਹਨਾਂ ਦਾ ਉੱਥੇ ਤਾਣਾ ਬਾਣਾ ਸੀ ਅਤੇ ਉੱਥੋਂ ਉਹ ਔਰਗਨਾਈਜ਼ ਕਰਕੇ ਇਹ ਚੀਜ਼ ਲਿਆ ਸਕੇ। ਲੇਕਿਨ ਫਿਰ ਵੀ ਇੱਕ ਸਵਾਲ ਨਾਲ ਰਹਿ ਜਾਂਦਾ ਹੈਗਾ ਕਿ ਵਿਦਿਆਰਥੀਆਂ ਦੀ ਹਾਜ਼ਰੀ ਤੋਂ ਬਿਨਾਂ ਇਹ ਕਿੰਨੀ ਇਸ ਦੀ ਅਹਿਮੀਅਤ ਘੱਟ ਜਾਂਦੀ ਹੈ। ਹਾਂ, ਵਿਦਿਆਰਥੀ ਉੱਥੇ ਹੁੰਦੇ, ਜ਼ਬਰਦਸਤ ਵਿਦਿਆਰਥੀਆਂ ਦਾ ਮੁਜ਼ਾਹਰਾ ਹੁੰਦਾ, ਉਹ ਆਉਂਦੇ ਅਤੇ ਇਹਦੀ ਅਹਿਮੀਅਤ ਹੋਰ ਵੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਪਰ ਇਹ ਇੱਕ ਮੇਰੇ ਮਨ 'ਚ ਕੁਐਸਚਨ ਮਾਰਕ ਛੱਡ ਗਿਆ ਅਤੇ ਜੋ ਉੱਥੇ ਵਰਕਰ ਆਏ ਸੀਗੇ ਮੁਜ਼ਾਹਰੇ ਦੇ ਵਿੱਚ, ਉਹਨਾਂ ਦੇ ਚਿਹਰੇ 'ਤੇ ਕੋਈ ਜਲਾਲ ਵਾਲੀ ਜਾਂ ਗੁੱਸੇ ਵਾਲੀ ਉਹੋ ਜਿਹੀ ਗੱਲ ਨਹੀਂ ਸੀਗੀ। ਸੋ ਸਾਥੀਓ, ਇਸ ਬੈਕਡਰੋਪ ਦੇ ਵਿੱਚ ਉੱਥੋਂ ਦੀਆਂ ਕਾਨੂੰਨੀ ਕਾਰਵਾਈਆਂ ਸ਼ੁਰੂ ਹੋਈਆਂ। ਅਦਾਲਤੀ ਕਾਰਵਾਈਆਂ ਦੇ ਵਿੱਚ ਪੁਲਿਸ ਦੀਆਂ ਗਵਾਹੀਆਂ ਹੋਈਆਂ, FIR ਤੋਂ ਗੱਲ ਸ਼ੁਰੂ ਹੁੰਦੀ ਹੈ ਅਤੇ ਫਿਰ ਉਸ ਤੋਂ ਬਾਅਦ ਵਿੱਚ ਕਿਉਂਕਿ ਮੈਂ ਉਹਨਾਂ ਕੇਸਾਂ ਦੇ ਵਿੱਚ ਉਸ ਢੰਗ ਨਾਲ ਹਾਜ਼ਰ ਨਹੀਂ ਸੀ ਅਤੇ ਨਾ ਹੀ ਮੈਂ ਉਸ ਦਾ ਮਗਰੋਂ ਕੋਈ ਡਾਕੂਮੈਂਟੇਸ਼ਨ ਪੜ੍ਹੀ ਹੈ ਵੀ ਗਵਾਹੀਆਂ ਕਿਸ ਤਰ੍ਹਾਂ ਹੋਈਆਂ, ਕਿਹਨੇ ਕੀ ਕਿਹਾ, ਇਸ ਕਰਕੇ ਮੈਂ ਉਹ ਤੁਹਾਡੇ ਸਾਹਮਣੇ ਰੀਪਰੋਡਿਊਸ ਨਹੀਂ ਕਰ ਸਕਦਾ। ਅਤੇ ਲੇਕਿਨ ਇੱਕ ਚੀਜ਼ ਮੈਨੂੰ ਯਾਦ ਹੈ ਵੀ ਜਿਸ ਦਿਨ ਪ੍ਰਿਥੀਪਾਲ ਰੰਧਾਵੇ ਦੀ ਸੱਸ, ਮਤਲਬ ਇਹ ਕਿ ਕੁਲਦੀਪ ਦੀ ਮਦਰ ਦੀ ਗਵਾਹੀ ਸੀ, ਉਸ ਨੇ ਗਵਾਹੀ ਦਿੱਤੀ ਅਤੇ ਜਦੋਂ ਉਸ ਨੂੰ ਵਕੀਲ ਨੇ ਜ਼ਿਰਾ ਕੀਤੀ ਵੀ ਤੂੰ ਇਹਨਾਂ 'ਚੋਂ ਮੁਲਜ਼ਮਾਂ 'ਚੋਂ ਉਸ ਬੰਦੇ ਨੂੰ ਪਛਾਣ ਕਿ ਜਿਹੜਾ ਪਹਿਲਾਂ ਦੁਕਾਨ ਦੇ ਵਿੱਚ ਆ ਕੇ ਬੈਂਚ 'ਤੇ ਬੈਠਾ ਸੀ, ਅਤੇ ਉਹ ਉਸ ਨੂੰ ਨਹੀਂ ਪਛਾਣ ਸਕੀ ਅਤੇ ਇਹ ਚੀਜ਼ ਕੋਰਟ ਦੇ ਰੈਕਡ 'ਚ ਚਲੀ ਗਈ, ਜੋ ਕਿ ਇੱਕ ਬਹੁਤ ਵੱਡਾ ਗੈਪ ਛੱਡ ਜਾਂਦੀ ਹੈਗੀ ਆ ਤੁਹਾਡੀ ਪ੍ਰੋਸੀਕਿਊਸ਼ਨ ਦੀ ਸਟੋਰੀ ਦੇ ਵਿੱਚ। ਸੋ ਇਸ ਤਰ੍ਹਾਂ ਉਸ ਤੋਂ ਮਗਰੋਂ ਡਿਫੈਂਸ 'ਤੇ ਕੇਸ ਚਲਿਆ ਗਿਆ। ਡਿਫੈਂਸ 'ਤੇ ਕੇਸ ਚੱਲਦਾ ਚੱਲਦਾ ਉਹ ਅੰਤ ਪੜਾਅ 'ਤੇ ਆ ਗਿਆ ਅਤੇ ਜਿਸ ਦੇ ਵਿੱਚ ਮੈਂ ਫਿਰ ਵਾਪਸੀ ਇਸ ਗੱਲ 'ਤੇ ਆਉਣਾ ਕਿ ਲੀਗਲ ਪੁਆਇੰਟ ਆਫ ਵਿਊ ਤੋਂ ਕੋਈ ਆਪਦਾ ਵਕੀਲ ਵੀ ਨਹੀਂ ਸੀ ਖੜ੍ਹਾ ਕੀਤਾ ਹੋਇਆ ਕਿ ਜਿਹੜਾ ਪੁਲਿਸ ਦੀ ਕਾਰਗੁਜ਼ਾਰੀ ਨੂੰ ਨਾਲ ਦੀ ਨਾਲ ਵਾਚ ਕਰਦਾ ਹੋਵੇ। ਸੋ ਸਾਰਾ ਦਾਰੋਮਦਾਰ ਪੁਲਿਸ ਦੇ ਕੇਸ 'ਤੇ ਸੀ, ਪੁਲਿਸ ਦੀ ਥਿਊਰੀ 'ਤੇ ਸੀਗਾ ਅਤੇ ਇਹ ਤਕਰੀਬਨ ਮਿਡ 80 ਦੇ ਵਿੱਚ ਜਾਂ ਸ਼ਾਇਦ ਅਪ੍ਰੈਲ ਤੋਂ ਜੂਨ ਦੇ ਵਿੱਚ ਕਿਤੇ, ਤਕਰੀਬਨ ਉਸ ਪੀਰੀਅਡ ਦੇ ਵਿੱਚ ਇਸ ਕੇਸ ਦਾ ਫੈਸਲਾ ਹੋਇਆ, ਜਿਸ ਦੇ ਵਿੱਚ ਇੱਕ ਉਹੀ ਸ਼ਖਸ ਜਿਸ ਨੂੰ ਗਵਾਹ ਜੋ ਪ੍ਰਿਥੀਪਾਲ ਰੰਧਾਵੇ ਦੀ ਸੱਸ ਸੀ,
ਉਹ ਪਛਾਣ ਨਹੀਂ ਸਕੀ ਕਚਹਿਰੀ ਦੇ ਵਿੱਚ, ਉਹ ਬਰੀ ਹੋਇਆ ਲੋਅਰ ਕੋਰਟ ਤੋਂ। ਬਾਕੀ ਸਾਰੇ ਜਿਹੜੇ ਆ ਕਨਵਿਕਟ ਹੋਏ, ਜਿਹਦੇ ਵਿੱਚ 3 ਨੂੰ ਉਮਰ ਕੈਦ ਸੀ, ਉਹਨਾਂ ਨੂੰ ਅਬਡਕਸ਼ਨ ਅਤੇ ਨਾਲ ਕਤਲ ਦੇ ਵਿੱਚ, ਜਿਸ ਵਿੱਚ ਜੱਗੀ, ਬੇਅੰਤ ਅਤੇ ਬਲਜਿੰਦਰ ਸੀਗੇ, ਅਤੇ ਬਾਕੀ ਜਿਹੜਿਆਂ ਨੂੰ ਐਕਸੈਸਰੀ ਦੇ ਤੌਰ 'ਤੇ 120B ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ, ਅਤੇ ਉਹਨਾਂ ਦੀ ਸਜ਼ਾ ਮੇਰਾ ਖਿਆਲ ਇਹਨਾਂ ਨਾਲੋਂ ਘੱਟ ਸੀ, ਅਤੇ ਐਗਜ਼ੈਕਟ ਮੈਨੂੰ ਇਸ ਚੀਜ਼ ਦਾ ਨਹੀਂ ਪਤਾ। ਸੋ ਇੱਥੋਂ ਤੱਕ ਸਾਥੀਓ ਮੈਂ ਅੱਜ ਦੀ ਆਪਣੀ ਜੋ ਵਾਰਤਾ ਉਸ ਨੂੰ ਬੰਦ ਕਰਦਾ। ਇਸ ਤੋਂ ਅੱਗੇ ਆਪਾਂ ਜੋ ਕਿ ਲੀਗਲ ਆਸਪੈਕਟ ਦਾ ਬਹੁਤ ਥੋੜ੍ਹਾ ਪਾਰਟ ਹੈ, ਉਸ ਨੂੰ ਆਪਾਂ ਅਗਲੀ ਕਿਸ਼ਤ ਦੇ ਵਿੱਚ ਲੈ ਕੇ ਚੱਲਾਂਗੇ। ਕੁਝ ਹੋਰ ਵੀ ਉਹ ਨਾਲ ਚੀਜ਼ਾਂ ਡਿਸਕਸ ਕਰਾਂਗੇ। ਸੋ ਲੀਗਲ ਆਸਪੈਕਟ ਜੋ ਨਿਰਮਲ ਰੰਧਾਵੇ ਨੇ ਪਹਿਲਾਂ ਸਵਾਲ ਇੱਕ ਵਾਰੀ ਉਠਾਇਆ ਸੀਗਾ, ਅਤੇ ਉਸ ਦੀ ਜੋ ਰੈਕਡ ਹੈ ਮੇਰੀ ਯਾਦ 'ਚ ਪਿਆ, ਉਹ ਮੈਂ ਤੁਹਾਡੇ ਸਾਹਮਣੇ ਰੀਪਰੋਡਿਊਸ ਕੀਤਾ। ਕਿਸੇ ਵੀ ਤਰ੍ਹਾਂ ਇਹ ਸੰਪੂਰਨ ਰੈਕਡ ਨਹੀਂ ਹੈ, ਲੇਕਿਨ ਮੋਟੇ ਤੌਰ 'ਤੇ ਤੁਸੀਂ ਕਹਿ ਸਕਦੇ ਆ ਵੀ ਜਿਹੜੇ ਬੁਲਟ ਪੁਆਇੰਟਸ ਉਸ ਦੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਕੀਤੇ ਆ। ਅਤੇ ਇਸ ਤਰ੍ਹਾਂ ਇਹ ਕੇਸ ਹੈ ਜਿਹੜਾ ਲੋਅਰ ਕੋਰਟ ਦੇ ਵਿੱਚੋਂ ਕਨਕਲੂਡ ਹੋਇਆ। ਅਤੇ ਸੋ ਸਾਥੀਓ, ਮੈਂ ਇਸ ਦੇ ਨਾਲ ਹੀ ਤੁਹਾਤੋਂ ਇਸ ਨੂੰ ਇੱਥੇ ਸਟਾਪ ਕਰਨ ਦੀ ਇਜਾਜ਼ਤ ਲੈਂਦਾ। ਸਾਰੇ ਸਾਥੀਆਂ ਨੂੰ ਲਾਲ ਸਲਾਮ। ਇਸ ਤੋਂ ਮਗਰੋਂ ਆਪਾਂ ਫਿਰ ਅਗਲੀ ਕਿਸ਼ਤ ਦੇ ਵਿੱਚ ਤੁਹਾਡੇ ਨਾਲ ਰੂਬਰੂ ਹੋਵਾਂਗੇ। ਸੋ ਅਲਵਿਦਾ ਸਾਥੀਓ।